ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਨ ਨਿਰਮਲ ਕਰਨੀ। ਸਾਧ ਸੰਗਤ ਕਾ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਧ ਸੰਗਤ ਕਾ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸਤਨਾਮ ਵਾਹਿਗੁਰੂ ਜੀ। ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲ ਹੈ ਸੱਚ ਕਮਾਹੈ। ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ। ਸੱਚੀ ਰਾਸ ਸੱਚ ਧਨ, ਉੱਤਮ ਪਦਵੀ ਪਾਹੈ। ਸੱਚ ਸੁਣਹਿ ਸੱਚ ਮੰਨ ਲੈਨ, ਸੱਚੀ ਕਾਰ ਕਮਾਹੈ। ਸੱਚੀ ਦਰਗਹਿ ਬੈਸਣਾ, ਸੱਚੇ ਮਾਹੇ ਸਮਾਹੈ। ਨਾਨਕ ਵਿਣ ਸਤਿਗੁਰ ਸੱਚ ਨ ਪਾਈਐ, ਮਨ ਮੁਖ ਭੂਲੇ ਜਾਹੈ। ਨਾਨਕ ਵਿਣ ਸਤਿਗੁਰ ਸੱਚ ਨ ਪਾਈਐ, ਮਨ ਮੁਖ ਭੂਲੇ ਜਾਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵਡਭਾਗੀ ਸਾਧ ਸੰਗਤ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਇਸ ਭਾਗ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਗੁਰੂ ਅਮਰਦਾਸ ਪਾਤਸ਼ਾਹ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਸਰਵਣ ਕਰ ਰਹੇ ਹਾਂ। ਕੱਲ੍ਹ ਸਰਵਣ ਕਰ ਰਹੇ ਸੀ ਉਹਨਾਂ ਲੋਕਾਂ ਦੀਆਂ, ਉਹਨਾਂ ਗੁਰਸਿੱਖਾਂ ਦੀਆਂ ਦਾੜੀਆਂ ਸੱਚੀਆਂ ਹਨ ਜੋ ਸਦਾ ਹੀ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ, ਹਰ ਵੇਲੇ ਹੀ ਗੁਰੂ ਨੂੰ ਯਾਦ ਰੱਖਦੇ ਹਨ, ਜਿਸ ਦਾ ਸਦਕਾ ਸਦਾ ਹੀ ਆਨੰਦ ਵਿੱਚ ਰਹਿੰਦੇ ਹਨ।
ਉਹਨਾਂ ਨੂੰ ਗੁਰੂ ਦੇ ਦਰ 'ਤੇ ਹਮੇਸ਼ਾ ਹੀ ਵਡਿਆਈ ਮਿਲਦੀ ਹੈ। ਅੱਜ ਜੋ ਸਲੋਕ ਆਪਾਂ ਸਰਵਣ ਕੀਤਾ ਹੈ ਇਹ ਵੀ ਇਸੇ ਹੀ ਪ੍ਰਸੰਗ ਦੇ ਵਿੱਚ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲ ਹੈ ਸੱਚ ਕਮਾਹੈਂ। ਹੋਰ ਉਸ ਗੱਲ ਦੇ ਉੱਤੇ ਪੱਕਿਆਂ ਕਰ ਰਹੇ ਹਨ ਸਾਨੂੰ ਕਿ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਜਿਹੜਾ ਹੈ, ਇਸ ਦੇ ਨਾਲ ਹੀ ਮੁਖ ਤੋਂ ਵੀ ਸੱਚ ਬੋਲਣਾ ਹੈ ਔਰ ਹਿਰਦੇ ਦੇ ਵਿੱਚ ਵੀ ਸੱਚ ਹੋਣਾ ਚਾਹੀਦਾ ਹੈ, ਮਨ ਦੇ ਵਿੱਚ ਵੀ ਸੱਚ ਹੋਵੇ, ਮੁਖ ਤੋਂ ਹੀ ਵੀ ਸੱਚ ਕਹੇ, ਸੱਚ ਕਮਾਹੇ ਅਤੇ ਸੱਚ ਦੀ ਹੀ ਕਮਾਈ ਕਰੇ। ਭਾਵ ਜਿਹੜੀ ਮਿਹਨਤ ਕਰਨੀ ਹੈ ਮਿਹਨਤ ਕਰਕੇ ਖਾਵੇ, ਉਸ ਵਿੱਚ ਬੇਈਮਾਨੀ ਕਿਸੇ ਕਿਸਮ ਦੀ ਨਹੀਂ ਹੋਣੀ ਚਾਹੀਦੀ। ਇਹ ਸੱਚੀਆਂ ਦਾੜੀਆਂ ਦੀ ਪਹਿਚਾਣ ਹੈ। ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ। ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਸ਼ਬਦ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ, ਉਹ ਗੁਰੂ ਦੇ ਨਾਲ ਇੱਕ ਮਿੱਕ ਹੋ ਜਾਂਦੇ ਹਨ, ਅਭੇਦਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸੱਚੀ ਰਾਸ਼ੀ ਸੱਚ ਧਨ, ਉੱਤਮ ਪਦਵੀ ਪਾਹੇ। ਸੱਚ ਬੋਲਣਾ, ਸੱਚ ਨੂੰ ਹੀ ਹਿਰਦੇ ਵਿੱਚ ਰੱਖਣਾ, ਸੱਚ ਦੀ ਹੀ ਕਮਾਈ ਕਰਨੀ। ਇਹ ਮਹਾਰਾਜ ਕਹਿੰਦੇ ਹਨ ਕਿ ਅਜਿਹੇ ਜਨ ਜਿਨ੍ਹਾਂ ਦੇ ਕੋਲ ਇਹ ਸੱਚੀ ਰਾਸ ਹੈ, ਇਹ ਸੱਚਾ ਧਨ ਹੈ, ਉਹਨਾਂ ਨੂੰ ਗੁਰੂ ਦੇ ਦਰ ਤੋਂ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ, ਮਾਣ ਸਤਿਕਾਰ ਮਿਲਦਾ ਹੈ। ਸੱਚ ਸੁਣ ਹੈ ਸੱਚ ਮੰਨ ਲੈਣ, ਸੱਚੀ ਕਾਰ ਕਮਾਹੇ। ਉਹਨਾਂ ਨੂੰ ਸੱਚ ਹੀ ਚੰਗਾ ਲੱਗਦਾ ਹੈ, ਝੂਠ ਉਹਨਾਂ ਨੂੰ ਬਿਲਕੁਲ ਹੀ ਚੰਗਾ ਨਹੀਂ ਲੱਗਦਾ। ਔਰ ਜੇ ਕੋਈ ਸੱਚ ਕਹਿੰਦਾ ਹੈ ਤਾਂ ਉਸ ਦੇ ਉੱਤੇ ਵਿਸ਼ਵਾਸ ਲੈ ਆਉਂਦੇ ਹਨ ਕਿ ਵਾਕਿਆ ਹੀ ਸੱਚ ਕਹਿੰਦਾ ਹੈ, ਸ਼ੱਕ ਨਹੀਂ ਕਰਦੇ ਹਨ। ਇੰਝ ਸੱਚੇ ਨਾਮ ਦੀ ਕਾਰ ਕਮਾਉਂਦੇ ਹਨ। ਸੱਚੀ ਦਰਗਾਹ ਬੈਸਣਾ, ਸੱਚੇ ਮਾਹੇ ਸਮਾਹੇ। ਸੱਚੀ ਦਰਗਾਹ ਗੁਰੂ ਦੀ ਸੰਗਤ ਨੂੰ ਕਿਹਾ ਹੈ। ਹਮੇਸ਼ਾ ਹੀ ਗੁਰੂ ਦੀ ਸਤ ਸੰਗ ਰੂਪੀ ਸੱਚੀ ਦਰਗਾਹ ਦੇ ਵਿੱਚ ਬੈਠਦੇ ਹਨ ਪਿਆਰ ਦੇ ਨਾਲ। ਇੰਝ ਗੁਰੂ ਦੀ ਸੰਗਤ ਕਰਦਿਆਂ ਸੱਚ ਦੀ ਕਾਰ ਕਮਾਉਂਦਿਆਂ ਸੱਚੇ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ। ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ, ਮਨਮੁਖ ਭੁੱਲੇ ਜਾਹੇ। ਅਖੀਰ 'ਤੇ ਨਿਰਣਾ ਦੇ ਦਿੱਤਾ ਹੈ ਕਿ ਗੁਰੂ ਤੋਂ ਬਿਨਾਂ ਇਹ ਸੱਚ ਦੀ ਪ੍ਰਾਪਤੀ ਨਹੀਂ ਹੈ। ਇਹ ਸੱਚੀ ਗੱਲ ਜਿਹੜੀ ਸੱਚੀਆਂ ਦਾੜੀਆਂ ਵਾਲੀ ਗੱਲ ਕਹੀ ਹੈ ਮਹਾਰਾਜ ਨੇ, ਇਹ ਗੁਰੂ ਦੇ ਰਾਹੀਂ ਹੀ ਸਾਰੀ ਖੇਡ ਵਰਤਦੀ ਹੈ। ਕੋਈ ਕਹੇ ਮੈਂ ਆਪਣੀ ਸਿਆਣਪ ਵਰਤ ਲਵਾਂ, ਗੁਰੂ ਦੀ ਲੋੜ ਨਹੀਂ ਹੈ। ਮੈਂ ਜ਼ੋਰ ਦੇ ਨਾਲ ਚਤੁਰਾਈ ਦੇ ਨਾਲ ਸਾਰਾ ਕੁਛ ਕਰ ਲਵਾਂ, ਅਜਿਹੇ ਲੋਕਾਂ ਨੂੰ ਮਨਮੁਖ ਕਿਹਾ ਹੈ। ਮਹਾਰਾਜ ਕਹਿੰਦੇ ਮਨਮੁਖ ਭੁੱਲੇ ਜਾਹੇ, ਉਹ ਭੁੱਲ ਵਿੱਚ ਹੀ ਸਾਰੀ ਉਮਰ ਲੰਘਾ ਦਿੰਦੇ ਹਨ। ਇਸੇ ਗੱਲ ਦਾ ਭੁਲੇਖਾ ਉਹਨਾਂ ਨੂੰ ਪਿਆ ਰਹਿੰਦਾ ਕਿ ਨਹੀਂ ਕੋਈ ਲੋੜ ਨਹੀਂ ਹੈ, ਗੁਰੂ ਦੇ ਕੋਲੋਂ ਆਪਾਂ ਕੀ ਲੈਣਾ ਹੈ। ਆਪਾਂ ਉਂਝ ਹੀ ਕਿਉਂ ਨਾ ਸੱਚ ਬੋਲ ਲਈਏ, ਉਂਝ ਹੀ ਕਿਉਂ ਨਾ ਸੱਚ 'ਤੇ ਪਹਿਰਾ ਦੇ ਦਈਏ। ਜੇ ਕਿਤੇ ਥੋੜ੍ਹਾ ਵਾਲਾ ਦਿੰਦੇ ਵੀ ਹਨ, ਜੇ ਕਾਦ ਚੰਗੀ ਕਰੇ ਦੂਜੀ ਪੀਵੇ ਰਾਸ। ਜੇ ਕਿਤੇ ਇੱਕ ਅੱਧੀ ਚੰਗੀ ਗੱਲ ਕਰ ਲੈਂਦੇ ਹਨ, ਦੂਜੀ ਵਿਗੜ ਜਾਂਦੀ ਹੈ। ਉਹਨਾਂ ਦੀ ਹਾਲਤ ਇਹ ਹੁੰਦੀ ਹੈ। ਸੋ ਇਹ ਸੱਚੀਆਂ ਦਾੜੀਆਂ ਦੀ ਦੋਹਾਂ ਹੀ ਸਲੋਕਾਂ ਦੇ ਵਿੱਚ ਪਹਿਚਾਣ ਦੱਸੀ ਹੈ। ਸੱਚ ਦੇ ਉੱਤੇ ਪਹਿਰਾ ਦੇਣ ਵਾਲੇ, ਇਹ ਦੋਵਾਂ ਉੱਤੇ ਹੀ, ਇਸਤਰੀ ਉੱਤੇ ਵੀ ਢੁਕਦਾ ਹੈ ਇਹ ਉਪਦੇਸ਼, ਅਤੇ ਇਸੇ ਤਰ੍ਹਾਂ ਹੀ ਪੁਰਸ਼ ਦੇ ਉੱਤੇ ਢੁਕਦਾ ਹੈ। ਬਾਬੀਹਾ ਪ੍ਰਿਉ ਕਰੇ, ਜਲ ਨਿਧ ਪ੍ਰੇਮ ਪਿਆਰ। ਜਲ ਨਿਧ ਬੱਦਲ ਨੂੰ ਕਿਹਾ ਹੈ। ਬਬੀਹੇ ਦਾ ਬੱਦਲ ਦੇ ਨਾਲ ਪਿਆਰ ਹੈ।
ਬੱਦਲ ਨੂੰ ਵੇਖ ਕੇ ਪ੍ਰਿਉ ਪ੍ਰਿਉ ਕਰਦਾ ਹੈ, ਅੰਮ੍ਰਿਤ ਵੇਲੇ ਆਕਾਸ਼ ਦੇ ਵਿੱਚ ਆਵਾਜ਼ਾਂ ਦਿੰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਮੈਨੂੰ ਸਵਾਂਤੀ ਬੂੰਦ ਮਿਲ ਜਾਵੇ, ਆਕਾਸ਼ ਵਿੱਚੋਂ ਜਲ ਦੀਆਂ ਬੂੰਦਾਂ ਡਿੱਗਣ ਅਤੇ ਮੈਂ ਵੀ ਉੱਪਰ ਨੂੰ ਮੁੱਖ ਕਰਕੇ ਉਸ ਬੂੰਦ ਨੂੰ ਪਾਵਾਂ, ਮੇਰੀ ਪਿਆਸ ਬੁੱਝ ਜਾਵੇ। ਸੋ ਜਿਵੇਂ ਬਬੀਹੇ ਦਾ ਬੱਦਲ ਦੇ ਨਾਲ ਪਿਆਰ ਹੈ, ਇਸੇ ਤਰ੍ਹਾਂ ਹੀ ਗੁਰਸਿੱਖ ਦਾ ਗੁਰੂ ਦੇ ਨਾਲ ਪਿਆਰ ਹੈ। ਜਿਹੜਾ ਵੀ ਗੁਰਸਿੱਖ ਬਬੀਹੇ ਵਾਂਗ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਾਪ ਕਰਦਾ ਹੈ, ਪਰਮੇਸ਼ਰ ਨੂੰ ਯਾਦ ਕਰਦਾ ਹੈ, ਉਹਦਾ ਗੁਰੂ ਦੇ ਨਾਲ ਪਿਆਰ ਬਣ ਜਾਂਦਾ ਹੈ। ਕੋਈ ਸਮਾਂ ਆਉਂਦਾ ਹੈ ਜਿਵੇਂ ਬਬੀਹੇ ਦੀਆਂ ਪੁਕਾਰਾਂ ਪਰਮਾਤਮਾ ਸੁਣਦਾ ਹੈ ਅਤੇ ਮਿਘੇ ਨੂੰ ਫਰਮਾਨ ਕਰਦਾ ਹੈ, ਵਰਸੋ ਕਿਰਪਾ ਧਾਰ ਕੇ ਕਿਰਪਾ ਕਰਕੇ ਵਰਸ, ਬਬੀਹੇ ਦੀ ਪਿਆਸ ਬੁੱਝ ਜਾਵੇ। ਭਾਵੇਂ ਧਰਤੀ 'ਤੇ ਇੰਨਾ ਪਾਣੀ ਹੈ, ਪਰ ਬਬੀਹਾ ਧਰਤੀ ਤੋਂ ਪਾਣੀ ਪੀ ਨਹੀਂ ਸਕਦਾ ਹੈ। ਪਰਮੇਸ਼ਰ ਨੇ ਉਸ ਦਾ ਸਰੀਰ ਹੀ ਅਜਿਹਾ ਬਣਾਇਆ ਹੈ। ਸਿਆਣੇ ਕਹਿੰਦੇ ਹਨ ਕਿ ਉਸ ਦੇ ਗਲੇ ਦੇ ਵਿੱਚ ਥੱਲੇ ਮੋਰੀ ਹੈ, ਜੇ ਉਹ ਪਾਣੀ ਧਰਤੀ ਤੋਂ ਪੀਵੇ ਤਾਂ ਉਹ ਜਿੰਨਾ ਕੁ ਪੀਂਦਾ ਹੈ ਉਸ ਮੋਰੀ ਥਾਣੀ ਸਾਰਾ ਹੀ ਬਾਹਰ ਨਿਕਲ ਜਾਂਦਾ ਹੈ। ਜਦੋਂ ਆਕਾਸ਼ ਵਿੱਚੋਂ ਬੂੰਦਾਂ ਡਿੱਗਦੀਆਂ ਹਨ, ਉਸ ਵੇਲੇ ਉੱਪਰ ਨੂੰ ਮੂੰਹ ਕਰਕੇ ਜਦੋਂ ਪੀਂਦਾ ਹੈ, ਮੂੰਹ ਵਿੱਚ ਬੂੰਦ ਡਿੱਗਦੀ ਹੈ, ਉਹ ਸਿੱਧੀ ਉਸ ਦੇ ਅੰਦਰ ਜਾਂਦੀ ਹੈ, ਉਸ ਦੇ ਨਾਲ ਉਸ ਦੀ ਪਿਆਸ ਬੁਝਦੀ ਹੈ। ਇਸੇ ਤਰ੍ਹਾਂ ਦਾ ਹੀ ਜੀਵਨ ਗੁਰਸਿੱਖ ਦਾ ਹੈ। ਭਾਵੇਂ ਧਰਤੀ ਦੇ ਉੱਤੇ ਅਨੇਕਾਂ ਸੁੱਖ ਦੇ ਸਾਧਨ ਹਨ, ਕਿੰਨੇ ਵੀ ਸੁੱਖ ਦੇ ਸਾਧਨ ਕਿਉਂ ਨਾ ਹੋਣ, ਮਨ ਨੂੰ ਸ਼ਾਂਤੀ ਨਹੀਂ ਆ ਸਕਦੀ ਇਹਨਾਂ ਸਾਧਨਾਂ ਦੇ ਹੁੰਦਿਆਂ ਹੋਇਆਂ ਵੀ, ਸਾਰੇ ਸੁੱਖਾਂ ਦੇ ਹੁੰਦਿਆਂ ਹੋਇਆਂ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ, ਟਿਕਾਓ ਨਹੀਂ ਹੈ। ਗੁਰਸਿੱਖ ਜਿਹੜਾ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਤਰਲੇ ਲੈਂਦਾ ਹੈ, ਪਰਮੇਸ਼ਰ ਨੂੰ ਯਾਦ ਕਰਦਾ ਹੈ, ਉਸ ਦੇ ਨਾਮ ਦੇ ਰਾਹੀਂ ਮਹਾਰਾਜ ਕਹਿੰਦੇ ਹਨ, ਫਿਰ ਵਾਹਿਗੁਰੂ ਪਰਮੇਸ਼ਰ ਜਲ ਨਿਧ ਭਾਵ ਗੁਰੂ ਰੂਪੀ ਬੱਦਲ ਨੂੰ ਪ੍ਰੇਰਨਾ ਕਰਦਾ ਹੈ ਕਿ ਤੂੰ ਕਿਰਪਾ ਕਰਕੇ ਵਸ। ਅਤੇ ਇੰਝ ਗੁਰਸਿੱਖ ਦੀ ਜਿਹੜੀ ਪਿਆਸ ਹੈ, ਨਾਮ ਦੀ ਪਿਆਸ ਹੈ, ਇਹ ਉਸ ਦੀ ਬੁਝਦੀ ਹੈ। ਗੁਰ ਮਿਲੇ ਸੀਤਲ ਜਲ ਪਾਇਆ, ਸਭ ਦੁੱਖ ਨਿਵਾਰਨਹਾਰ। ਪੂਰਾ ਗੁਰੂ ਮਿਲ ਗਿਆ, ਜਿਵੇਂ ਬੱਦਲ ਆਵੇ, ਬੱਦਲ ਵਰਸਦਾ ਹੈ ਅਤੇ ਬਬੀਹੇ ਦੀ ਪਿਆਸ ਬੁਝਦੀ ਹੈ। ਇਸੇ ਤਰ੍ਹਾਂ ਹੀ ਜਦੋਂ ਪੂਰੇ ਗੁਰੂ ਨੂੰ ਗੁਰਸਿੱਖ ਮਿਲਦਾ ਹੈ ਤਾਂ ਗੁਰੂ ਅੰਮ੍ਰਿਤ ਵਰਖਾ ਕਰਦਾ ਹੈ, ਨਾਮ ਬਾਣੀ ਦੀ ਵਰਖਾ ਕਰਦਾ ਹੈ, ਜਿਸ ਦਾ ਸਦਕਾ ਸਾਰੇ ਹੀ ਦੁੱਖਾਂ ਦਾ ਨਾਸ ਹੁੰਦਾ ਹੈ। ਜਿਵੇਂ ਬਬੀਹਾ ਦੁਖੀ ਹੈ, ਪਿਆਸਾ ਤਰਲੇ ਲੈਂਦਾ ਹੈ, ਇਸੇ ਤਰ੍ਹਾਂ ਹੀ ਇਨਸਾਨ ਸਾਰੇ ਸੁੱਖਾਂ ਦੇ ਹੁੰਦਿਆਂ ਹੋਇਆਂ ਵੀ ਉਸ ਦੇ ਮਨ ਦੀ ਜਿਹੜੀ ਪਿਆਸ ਹੈ, ਤ੍ਰਿਸ਼ਨਾ ਦੀ ਅੱਗ ਉਸ ਦੇ ਅੰਦਰ ਲੱਗੀ ਹੈ ਕਿ ਅਜੇ ਥੋੜ੍ਹਾ ਹੈ, ਅਜੇ ਹੋਰ ਚਾਹੀਦਾ ਹੈ, ਅਜੇ ਆਹ ਵੀ ਕੰਮ ਹੋਣ ਵਾਲਾ ਹੈ, ਅਜੇ ਆਹ ਵੀ ਕੰਮ ਹੋਣ ਵਾਲਾ ਹੈ। ਇਹ ਜਿਹੜਾ ਦੁੱਖ ਹੈ ਉਸ ਦੇ ਅੰਦਰ, ਇਹ ਕੇਵਲ ਜਦੋਂ ਗੁਰੂ ਉਸ ਦੇ ਅੰਦਰ ਇਹ ਜਲ ਦੀਆਂ ਬੂੰਦਾਂ, ਨਾਮ ਜਲ ਦੀਆਂ ਬੂੰਦਾਂ ਪਾਉਂਦਾ ਹੈ ਤਾਂ ਉਸ ਨੂੰ ਸ਼ਾਂਤੀ ਮਿਲਦੀ ਹੈ। ਤਿਸ ਚੁੱਕੇ ਸਹਿਜ ਉਪਜੈ, ਚੁੱਕੇ ਕੂਕ ਪੁਕਾਰ। ਜਿਹੜੀਆਂ ਤਰਲੇ ਲੈਂਦਾ ਹੈ, ਦੁਖੀ ਹੈ ਇਨਸਾਨ, ਪੁਕਾਰਾਂ ਕਰਦਾ ਹੈ, ਕਦੇ ਉਹਨੂੰ ਆਪਣਾ ਦੁੱਖ ਦੱਸ, ਕਦੇ ਉਹਨੂੰ ਆਪਣਾ ਦੁੱਖ ਦੱਸ। ਸੰਸਾਰ ਦੇ ਹਰ ਇੱਕ ਦੁਖੀ ਹੈ, ਕਿਸੇ ਨੂੰ ਦੁੱਖ ਦੱਸੋਗੇ ਤਾਂ ਉਹ ਅੱਗਿਓਂ ਆਪਣੇ ਦੁੱਖ ਦੱਸਣ ਲੱਗ ਪਵੇਗਾ। ਸੋ ਇਸ ਕਰਕੇ ਸਿਵਾਏ ਗੁਰੂ ਤੋਂ ਹੋਰ ਕੋਈ ਨਹੀਂ ਹੈ ਜਿਹੜਾ ਇਨਸਾਨ ਦੇ ਦੁੱਖ ਨੂੰ ਦੂਰ ਕਰ ਸਕੇ। ਇਨਸਾਨ ਦੀ ਜਿਹੜੀ ਪਿਆਸ ਹੈ ਅੰਦਰ ਲੱਗੀ ਹੋਈ, ਇਹ ਬੁਝਾ ਸਕੇ। ਜਦੋਂ ਗੁਰੂ 'ਤੇ ਕਿਰਪਾ ਕਰਦਾ ਹੈ, ਗੁਰੂ ਉਸ 'ਤੇ ਕਿਰਪਾ ਕਰਦਾ ਹੈ। ਸੋ ਜਿਵੇਂ ਬਾਹਰ ਆਕਾਸ਼ ਦੇ ਵਿੱਚੋਂ ਬੱਦਲ ਵਰਸਦਾ ਹੈ, ਮੀਂਹ ਪੈਂਦਾ ਹੈ, ਸਾਰੇ ਪਾਸੇ ਹਰਿਆਵਲ ਹੁੰਦੀ ਹੈ। ਸੋ ਇਸੇ ਹੀ ਤਰ੍ਹਾਂ ਗੁਰੂ ਦੀ ਸੰਗਤ ਜੋ ਹੈ, ਗੁਰੂ ਦੀ ਸੰਗਤ ਦੇ ਵਿੱਚ ਜਦੋਂ ਗੁਰੂ ਦੀ ਮਹਿਮਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ,
ਗੁਰੂ ਦੀ ਬਾਣੀ ਦਾ ਪਾਠ ਹੁੰਦਾ ਹੈ ਤਾਂ ਇਹ ਮਨ ਅੰਮ੍ਰਿਤ ਵਰਸ ਰਿਹਾ ਹੈ। ਜਿਹੜਾ ਵੀ ਗੁਰਸਿੱਖ ਆ ਕੇ ਗੁਰੂ ਦੀ ਸੰਗਤ 'ਚ ਬੈਠਦਾ ਹੈ ਉਸ ਦੇ ਉੱਤੇ ਇਸ ਅੰਮ੍ਰਿਤ ਦਾ ਜ਼ਰੂਰ ਅਸਰ ਹੁੰਦਾ ਹੈ। ਜੋ ਮਨ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਹੋਇਆ ਮਨ ਹਾਜ਼ਰ ਹੈ ਤਾਂ ਉਸ ਦੇ ਵੀ ਅੰਦਰੋਂ ਕੂਕ ਪੁਕਾਰ ਜਿਹੜੀ ਹੈ, ਤਰਲੇ ਹਨ, ਇਹ ਖਤਮ ਹੁੰਦੇ ਹਨ। ਉਸ ਦੇ ਅੰਦਰ ਸਹਿਜ ਜਿਹੜਾ ਹੈ ਉਹ ਉਪਜਦਾ ਹੈ। ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਉਰਤਾਰ। ਮਾਰੇ ਕਹਿੰਦੇ ਹੈ ਗੁਰਸਿੱਖੋ, ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖੋ ਅਤੇ ਗੁਰੂ ਦਾ ਆਸਰਾ ਜ਼ਰੂਰ ਲਓ। ਗੁਰੂ ਤੋਂ ਬਿਨਾਂ ਗੱਲ ਨਹੀਂ ਜੇ ਬਣਨੀ। ਜਿਵੇਂ ਜਿਵੇਂ ਗੁਰੂ ਦਾ ਸਹਾਰਾ ਲੈ ਕੇ ਨਾਮ ਜਪੋਗੇ ਤਾਂ ਤੁਹਾਡੇ ਅੰਦਰ ਸ਼ਾਂਤੀ ਆਵੇਗੀ, ਟਿਕਾਓ ਆਵੇਗਾ। ਜਦੋਂ ਗੁਰੂ ਦੀ ਗੱਲ ਕਰਦੇ ਹਨ ਮਹਾਰਾਜ ਤਾਂ ਇਹ ਗੁਰੂ ਸ਼ਬਦ ਦੀ ਗੱਲ ਕਰਦੇ ਹਨ। ਗੁਰੂ ਦੀ ਬਾਣੀ ਸਾਡਾ ਜਿਹੜਾ ਹੈ ਇਸ ਵੇਲੇ ਗੁਰੂ ਹੈ। ਇਹਦਾ ਮਤਲਬ ਇਹ ਹੈ ਕਿ ਗੁਰੂ ਦੀ ਬਾਣੀ ਦੇ ਪ੍ਰਕਾਸ਼ ਵਿੱਚ ਜਿਵੇਂ ਜਿਵੇਂ ਗੁਰੂ ਦੀ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਉਸ ਸਿੱਖਿਆ ਦੇ ਅਨੁਸਾਰ ਆਪਾਂ ਇਹ ਸਾਰਾ ਕੁਝ ਕਰਨਾ ਹੈ। ਬਾਬੀਹਾ ਤੂੰ ਸੱਚ ਚਾਓ ਸੱਚੇ ਸੌ ਲਿਵ ਲਾਏ। ਉਹੀ ਪ੍ਰਸੰਗ ਚੱਲ ਰਿਹਾ ਹੈ। ਹੇ ਬਬੀਹੇ ਰੂਪ ਗੁਰਸਿੱਖ, ਤੂੰ ਸੱਚੇ ਨਾਮ ਦਾ ਜਾਪ ਕਰਿਆ ਕਰ। ਸੱਚੇ ਸੌ ਚਿਤ ਲਿਵ ਲਾਏ। ਸੱਚੇ ਨਾਮ ਦੇ ਨਾਲ ਆਪਣੀ ਲਿਵ ਲਾ ਲੈ। ਬੋਲਿਆ ਤੇਰਾ ਥਾਂ ਪਵੇ ਗੁਰਮੁਖ ਹੋਏ ਅਲਾਏ। ਗੁਰਮੁਖ ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਜਪੇਗਾ, ਅਲਾਏਗਾ, ਬੋਲੇਗਾ ਤਾਂ ਤੇਰਾ ਇਹ ਬੋਲਿਆ ਹੋਇਆ ਥਾਂ ਪੈ ਜਾਏਗਾ। ਗੁਰੂ ਦਰ ਦੇ ਉੱਤੇ ਪ੍ਰਵਾਨ ਕਰ ਲਏਗਾ। ਸ਼ਬਦ ਚੀਨ ਤੇ ਖੁਤਰੈ ਮਨ ਲੈ ਰਜ਼ਾਏ। ਜਿਵੇਂ ਜਿਵੇਂ ਸ਼ਬਦ ਦੀ ਵਡਿਆਈ ਦਾ ਤੈਨੂੰ ਪਤਾ ਲੱਗਿਆ ਗੁਰੂ ਦੀ ਸੰਗਤ ਵਿੱਚ ਆ ਕੇ, ਜਿਵੇਂ ਜਿਵੇਂ ਪਤਾ ਲੱਗੇ ਗੁਰੂ ਦਾ ਜੋ ਸ਼ਬਦ ਹੈ ਇਹ ਕਿੰਨਾ ਸਮਰੱਥ ਹੈ। ਇਨਸਾਨ ਕਿੰਨਾ ਦੁਖੀ ਹੋਵੇ ਜਦੋਂ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਇੱਕ ਵਾਰੀ ਉਸ ਦੇ ਮਨ ਨੂੰ ਸ਼ਾਂਤੀ ਆ ਜਾਂਦੀ। ਦੇਖੋ ਕਿੰਨੇ ਦੁਖੀ ਹੋਈਏ ਨਾ, ਜਦੋਂ ਅੱਤ ਦੀ ਗਰਮੀ ਸਤਾਉਂਦੀ ਹੋਵੇ, ਬੱਦਲ ਆਵੇ, ਮੀਂਹ ਪੈਣ ਲੱਗ ਪਵੇ ਤਾਂ ਫਿਰ ਬਾਹਰ ਨਿਕਲਣ ਦੀ ਲੋੜ ਹੈ। ਤਾਂ ਉੱਤੇ ਵਰਖਾ ਦੀਆਂ ਬੂੰਦਾਂ ਪੈਣਗੀਆਂ ਸਰੀਰ 'ਤੇ, ਤਾਂ ਪਿੱਤ ਮਰੇਗੀ, ਤਾਂ ਅੰਦਰੋਂ ਗਰਮੀ ਖਤਮ ਹੋਏਗੀ। ਇਸੇ ਤਰ੍ਹਾਂ ਹੀ ਦੁੱਖਾਂ ਦਾ ਸੰਤਾਇਆ ਹੋਇਆ ਇਨਸਾਨ ਜਿਹੜਾ ਹੈ ਉਹ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਪ੍ਰੇਮ ਦੇ ਨਾਲ ਬੈਠਦਾ ਹੈ ਅਤੇ ਜਦੋਂ ਅੰਮ੍ਰਿਤ ਵਰਖਾ ਹੁੰਦੀ ਹੈ ਗੁਰੂ ਦੀ ਬਾਣੀ ਦੀ ਸੰਗਤ ਦੇ ਵਿੱਚ, ਤਾਂ ਜਿਵੇਂ ਜਿਵੇਂ ਅੰਮ੍ਰਿਤ ਬੂੰਦਾਂ ਉਸ ਦੇ ਮਨ ਦੇ ਉੱਤੇ ਪੈਂਦੀਆਂ ਹਨ ਉਸ ਦਾ ਮਨ ਸ਼ਾਂਤ ਹੋਈ ਜਾਂਦਾ ਹੈ ਅਤੇ ਸਹਿਜ ਸਹਿਜ ਦੇ ਨਾਲ ਰੱਬ ਦੀ ਰਜ਼ਾ ਦੇ ਵਿੱਚੋਂ ਆਈ ਜਾਂਦਾ ਹੈ। ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੇ ਸਹਿਜ ਸੁਭਾਏ। ਕਹਿੰਦੇ ਹਨ ਕਿ ਇਹ ਜਿੰਨਾ ਮੀਂਹ ਵਰਸ ਰਿਹਾ ਹੈ ਨਾ, ਇਹਦੇ ਵਿੱਚ ਇੱਕ ਸਵਾਂਤੀ ਬੂੰਦ ਹੁੰਦੀ ਹੈ। ਸਵਾਂਤੀ ਬੂੰਦ ਕਿਸੇ ਖਾਸ ਨਛੱਤਰ ਦੇ ਉੱਤੇ ਆਕਾਸ਼ ਦੇ ਵਿੱਚੋਂ ਡਿੱਗਦੀ ਹੈ, ਖਾਸ ਮੌਕੇ 'ਤੇ ਡਿੱਗਦੀ ਹੈ। ਜਿਹੜੀ ਬੂੰਦ ਜਿਹੜੀ ਹੈ ਉਹ ਬਬੀਹੇ ਦੀ ਪਿਆਸ ਬੁਝਾਉਂਦੀ ਹੈ। ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਭਾਵੇਂ ਗੱਲਾਂ ਕਰਨ ਵਾਲੇ ਬਹੁਤ ਹਨ, ਚੰਗੀਆਂ ਚੰਗੀਆਂ ਗੱਲਾਂ ਆਪਾਂ ਸੁਣ ਸਕਦੇ ਹਾਂ, ਬਹੁਤ ਕੁਛ ਹੈ, ਪਰ ਜਿੰਨਾ ਚਿਰ ਆਤਮਿਕ ਰਸ ਨਾਲ ਭਰਪੂਰ ਜੋ ਗੁਰੂ ਉਪਦੇਸ਼ ਦੀ ਬੂੰਦ ਹੈ ਉਹ ਨਹੀਂ ਸਾਡੇ ਅੰਦਰ ਜਾਂਦੀ, ਉਹਨਾਂ ਚਿਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਸੋ ਕਹਿੰਦੇ ਜਿਵੇਂ ਚਾਰੇ ਕੁੰਡਾਂ ਝੁਕ ਵਰਸਦਾ, ਜਿਵੇਂ ਚੌਂ ਪਾਸਿਆਂ ਤੋਂ ਬੱਦਲ ਆਵੇ ਅਤੇ ਝੁਕ ਕੇ ਬਹੁਤ ਹੀ ਵਰਸਦਾ ਹੈ, ਬੂੰਦ ਪਵੇ ਸਹਿਜ ਸੁਭਾਏ। ਅਤੇ ਸਹਿਜ ਸੁਭਾਅ ਹੀ ਜਿਹੜੀ ਬੂੰਦ ਹੈ ਉਹ ਹਰ ਥਾਂ ਹੀ ਪੈ ਜਾਂਦੀ ਹੈ। ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ। ਦੇਖੋ ਮਹਾਰਾਜ ਕਹਿੰਦੇ ਕਿ ਹਰ ਚੀਜ਼ ਜਲ ਤੋਂ ਹੀ ਉਪਜਦੀ ਹੈ ਅਤੇ ਇਨਸਾਨ ਦੀ ਜਿਹੜੀ ਅੰਦਰ ਦੀ ਪਿਆਸ ਹੈ ਇਹ ਵੀ ਜਲ ਦੇ ਨਾਲ ਹੀ ਦੂਰ ਹੋਣੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਕਿ ਜਿੰਨਾ ਚਿਰ ਗੁਰਸਿੱਖ ਜਿਹੜਾ ਹੈ ਇਸ ਨੂੰ ਨਾਮ ਦਾ ਜਲ ਨਹੀਂ ਮਿਲਦਾ, ਜਿੰਨਾ ਚਿਰ ਇਸ ਨੂੰ ਗੁਰਬਾਣੀ ਰੂਪੀ ਅੰਮ੍ਰਿਤ ਦਾ ਜਲ ਨਹੀਂ ਮਿਲਦਾ ਹੈ, ਉਹਨਾਂ ਚਿਰ ਸੰਸਾਰ ਦੇ ਜਿੰਨੇ ਮਰਜ਼ੀ ਸੁੱਖ ਸਾਹਮਣੇ ਹੋਣ
ਇਹ ਅੰਦਰੋਂ ਉਸੇ ਤਰ੍ਹਾਂ ਹੀ ਪਿਆਸਾ, ਉਸੇ ਤਰ੍ਹਾਂ ਹੀ ਦੁਖੀ ਰਹਿੰਦਾ ਹੈ। ਨਾਨਕ ਹਰ ਜਲ ਜਿਨ ਪੀਆ, ਤਿਸ ਭੂਖ ਨਾ ਲਾਗੇ ਆਏ। ਜਿਸ ਨੇ ਵੀ ਹਰੀ ਨਾਮ ਦਾ ਜਲ ਇਹ ਪੀ ਲਿਆ, ਮਹਾਰਾਜ ਕਹਿੰਦੇ ਕਿ ਉਸ ਦੀਆਂ ਸਾਰੀਆਂ ਹੀ ਭੁੱਖਾਂ ਗੁਰੂ ਜੋ ਹੈ ਉਹ ਦੂਰ ਕਰ ਦਿੰਦਾ ਹੈ। ਬਾਬੀਹਾ ਤੂੰ ਸਹਿਜ ਬੋਲ, ਸੱਚਾ ਸ਼ਬਦ ਸਿਪਾਏ। ਹੁਣ ਸਾਵਧਾਨ ਕਰ ਰਹੇ ਹਨ ਗੁਰਸਿੱਖ ਬਬੀਹਨ। ਬਬੀਹਾ ਬੜੇ ਸਹਿਜ ਦੇ ਵਿੱਚ ਪ੍ਰਯੋਗ ਕਰਦਾ ਹੈ, ਉਸ ਦੀ ਆਵਾਜ਼ ਬੜੀ ਸਹਿਜ ਵਿੱਚ ਹੈ। ਸੋ ਇਸੇ ਤਰ੍ਹਾਂ ਹੀ ਗੁਰਮਤਿ ਦਾ ਜੋ ਮਾਰਗ ਹੈ, ਸਹਿਜ ਦਾ ਮਾਰਗ ਹੈ, ਇਸ ਦੇ ਕਾਹਲੀ ਨਹੀਂ ਹੈ, ਸਹਿਜ ਹੈ। ਬਾਣੀ ਪੜ੍ਹਨੀ ਹੈ, ਸਹਿਜ ਵਿੱਚ ਪੜ੍ਹੋ। ਨਾਮ ਜਪਣਾ ਹੈ, ਸਹਿਜ ਵਿੱਚ ਜਪੋ। ਕੀਰਤਨ ਕਰਨਾ ਹੈ, ਸਹਿਜ ਵਿੱਚ ਕਰੋ। ਕਥਾ ਕਰਨੀ ਹੈ, ਸਹਿਜ ਵਿੱਚ ਕਰੋ। ਸਹਿਜ ਦੇ ਵਿੱਚ ਆਨੰਦ ਮਿਲੇਗਾ। ਜੇ ਕਾਹਲੀ ਕਾਹਲੀ ਕਰਨੀ ਹੋਵੇ, ਕੋਈ ਵੀ ਗੱਲ ਆਪਾਂ ਕਾਹਲੀ ਵਿੱਚ ਕਰਾਂਗੇ ਤਾਂ ਉਹਦਾ ਰਸ ਨਹੀਂ ਆਵੇਗਾ। ਕੰਮ ਤਾਂ ਨਿਬੜ ਜਾਏਗਾ। ਜਿਵੇਂ ਤੁਸੀਂ ਪਾਠ ਕਰਦੇ ਹੋ, ਆਪਾਂ ਕਹੀਏ ਮੈਂ ਇੰਨੇ ਚਿਰ ਵਿੱਚ ਪਾਠ ਕਰ ਲੈਣਾ ਹੈ, ਅਤੇ ਉਹ ਜਦੋਂ ਇੱਦਾਂ ਆਪਾਂ ਕਰਦੇ ਹਨ, ਉਹ ਰਸ ਨਹੀਂ ਪੈਦਾ ਹੁੰਦਾ। ਦੇਖੋ, ਕਥਾ ਇਹ ਇਤਿਹਾਸ ਵਾਂਗ ਵੀ ਹੋ ਸਕਦੀ ਹੈ। ਇੱਕ ਲਾਗੇ ਗੁਰਸਿੱਖ ਬੈਠ ਕੇ ਲਾਗੇ ਪੜ੍ਹੀ ਜਾਵੇ, ਦੂਸਰਾ ਜਿਹੜਾ ਹੈ ਨਾਲ ਨਾਲ ਉਸ ਦੇ ਅਰਥ ਜਿਹੜੇ ਹਨ ਉਹ ਦੱਸੀ ਜਾਵੇ। ਇੰਝ ਵੀ ਕਥਾ ਹੁੰਦੀ ਹੈ, ਆਪਣੇ ਸਾਰੇ ਹੀ ਹੁੰਦੀ ਹੈ। ਸੰਪਰਦਾਈ ਲੋਕ ਇਸੇ ਤਰ੍ਹਾਂ ਹੀ ਕਥਾ ਕਰਦੇ ਨੇ। ਪਰ ਉਹ ਅੱਗੇ ਅੱਗੇ ਜਿਵੇਂ ਭੱਜੀ ਜਾਂਦੇ ਹਨ ਤਾਂ ਉਹ ਤੇਜ਼ੀ ਵਿੱਚ ਹੋਣ ਕਰਕੇ ਪੱਲੇ ਕੁਛ ਨਹੀਂ ਪੈਂਦਾ। 5-5 6-6 ਅੰਗ ਰੋਜ਼ ਦੇ ਕਥਾ ਕਰਨ ਦੇ ਨਾਲ ਇੱਥੇ ਤਾਂ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਾਹਰ ਜਨਮ ਨਾ, ਇੱਕ ਗੁਰੂ ਦਾ ਸ਼ਬਦ ਹੀ ਸਾਡੇ ਮਨ 'ਚ ਵਸ ਜਾਵੇ ਤਾਂ ਇਹਦੇ ਨਾਲ ਹੀ ਜਨਮ ਮਰਨ ਮੁੱਕ ਜਾਂਦਾ ਹੈ। ਬਹੁਤੇ ਪੜ੍ਹੀ ਜਾਵਾਂਗੇ ਤਾਂ ਉਹਦੇ ਨਾਲ ਜਿਹੜਾ ਹੈ ਰਸ ਨਹੀਂ ਮਿਲਦਾ ਹੈ। ਇਸ ਕਰਕੇ ਮਾਰੇ ਕਹਿੰਦੇ ਸਹਿਜ ਦੇ ਵਿੱਚ ਜਿਹੜਾ ਸਹਿਜ ਵਿਚਾਰ ਨੂੰ ਕਹਿੰਦੇ ਹਨ, ਸਹਿਜ ਵਿੱਚ ਸਮਝ ਕੇ ਹਰ ਗੱਲ ਕਰਿਆ ਕਰ। ਸੱਚਾ ਸ਼ਬਦ ਸੁਭਾਏ, ਸੱਚੇ ਸ਼ਬਦ ਦੇ ਨਾਲ ਪਿਆਰ ਪਾ ਲੈ। ਸਭ ਕੁਛ ਤੇਰੇ ਨਾਲ ਹੈ, ਸਤਿਗੁਰ ਦੀਆ ਦਿਖਾਏ। ਗੁਰੂ ਪੂਰੇ ਨੇ ਇਹ ਸੋਝੀ ਬਖਸ਼ ਦਿੱਤੀ ਹੈ, ਦੱਸ ਦਿੱਤਾ ਹੈ ਕਿ ਹਰ ਚੀਜ਼ ਤੇਰੇ ਕੋਲ ਹੀ ਹੈ। ਤੇਰੇ ਆਪਣੇ ਹੀ ਅੰਦਰ। ਆਪਾਂ ਪਿੱਛੇ ਸੁਣ ਕੇ ਆਏ ਹਾਂ ਕਿ ਸਰੀਰ ਨੂੰ ਮੰਦਰ ਦੱਸਿਆ ਹੈ। ਮੰਦਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਹੈ ਸਰੀਰ ਦੇ ਵਿੱਚ, ਅਤੇ ਜਿੱਥੇ ਵਾਹਿਗੁਰੂ ਪਰਮੇਸ਼ਰ ਹੈ ਉੱਥੇ ਹਰ ਇੱਕ ਚੀਜ਼ ਹੈ। ਜਿਵੇਂ ਸੰਸਾਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਹੈ ਤਾਂ ਸਾਰੀ ਸ੍ਰਿਸ਼ਟੀ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੈ ਅਤੇ ਪਰਮੇਸ਼ਰ ਸ੍ਰਿਸ਼ਟੀ ਵਿੱਚ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਹਰ ਇਨਸਾਨ ਦੇ ਅੰਦਰ ਹੈ ਅਤੇ ਹਰ ਇਨਸਾਨ ਵਾਹਿਗੁਰੂ ਦੇ ਅੰਦਰ ਹੈ। ਇਸ ਤਰ੍ਹਾਂ ਇਹ ਵਾਹਿਗੁਰੂ ਪਰਮੇਸ਼ਰ ਨੇ ਜਿਹੜੀ ਹੈ ਖੇਡ ਰਚੀ ਹੋਈ ਹੈ। ਇਹ ਸੋਝੀ ਪੂਰਾ ਗੁਰੂ ਬਖਸ਼ਦਾ ਹੈ। ਆਪ ਪਛਾਣੈ ਪ੍ਰੀਤਮ ਮਿਲਾਏ, ਬੁੱਠਾ ਸ਼ਹਿਬਰ ਲਾਏ। ਜੇ ਤੂੰ ਆਪਣੇ ਆਪੇ ਦੀ ਪਛਾਣ ਕਰ ਲਵੇਂ ਗੁਰੂ ਦੇ ਉਪਦੇਸ਼ ਦੇ ਅਨੁਸਾਰ, ਗੁਰੂ ਮਹਾਰਾਜ ਕਹਿੰਦੇ ਤੂੰ ਆਪਣਾ ਮੂਲ ਤੇ ਪਛਾਣ ਲੈ ਹੈਗੀਆਂ ਤੂੰ। ਕਿ ਤੂੰ ਆ ਸਰੀਰ ਹੈ, ਚਮੜੀ ਹੈ, ਹੱਡੀਆਂ ਹੈ, ਮਾਸ ਹੈ, ਖੂਨ ਹੈ। ਕਿ ਤੂੰ ਹੱਥ ਹੈ, ਪੈਰ ਹੈ, ਅੱਖਾਂ ਹੈ, ਕੰਨ ਹੈ, ਜਾਂ ਮੂੰਹ ਹੈ, ਜਾਂ ਨੱਕ ਹੈ। ਕਿ ਤੂੰ ਇਹ ਹੈ? ਨਹੀਂ, ਤੂੰ ਇਹ ਨਹੀਂ ਹੈ। ਇਹ ਚੀਜ਼ਾਂ ਤੇਰਾ ਹਿੱਸਾ ਤਾਂ ਹਨ, ਲੇਕਿਨ ਇਹ ਤੂੰ ਨਹੀਂ ਹੈ, ਤੂੰ ਕੁਝ ਹੋਰ ਹੈ। ਉਹ ਕੀ ਹੈ? ਉਹ ਤੂੰ ਜੋਤ ਹੈ, ਰੱਬੀ ਜੋਤ ਹੈ। ਸੋ ਇਸ ਮੂਲ ਦੀ ਪਹਿਚਾਣ ਗੁਰੂ ਦੇ ਉਪਦੇਸ਼ ਦੇ ਨਾਲ ਕਰਨੀ ਹੈ ਆਪਣੇ ਆਪ ਦੀ, ਕਿ ਮੈਂ ਹਾਂ ਕੀ, ਕਿੱਥੋਂ ਆਇਆ ਹਾਂ, ਕੀ ਕਰਨ ਆਇਆ ਹਾਂ, ਕਿੱਥੇ ਜਾਣਾ ਹੈ। ਇਹਨੂੰ ਕਹਿੰਦੇ ਹਨ ਮੂਲ ਦੀ ਪਹਿਚਾਣ ਕਰਨੀ। ਆਇਆ ਕਿੱਥੋਂ ਸੀ? ਮਹਾਰਾਜ ਕਹਿੰਦੇ ਪਰਮੇਸ਼ਰ ਦੇ ਦਰ ਤੋਂ ਆਇਆ ਸੀ। ਕਰਨ ਕੀ ਆਇਆ ਸੀ? ਗੋਬਿੰਦ ਮਿਲਣ। ਕੀ ਹੈ ਤੇਰੀ ਬਰੀਆ, ਤੈਨੂੰ ਗੋਬਿੰਦ ਨੂੰ ਮਿਲਣ ਵਾਸਤੇ ਵਾਰੀ ਦਿੱਤੀ ਹੈ ਵਾਹਿਗੁਰੂ ਨੇ। ਮਨੁੱਖਾ ਜਨਮ ਦੇ ਵਿੱਚ ਆ ਕੇ ਹੀ ਤੂੰ ਰੱਬ ਨੂੰ ਮਿਲ ਸਕਦਾ ਹੈ, ਕਿਸੇ ਹੋਰ ਜੂਨ ਦੇ ਵਿੱਚ ਤੂੰ ਰੱਬ ਨੂੰ ਨਹੀਂ ਮਿਲ ਸਕਦਾ ਹੈ। ਲੈ ਕੇ ਕੀ ਜਾਣਾ ਹੈ ਇੱਥੋਂ? ਕੁਛ ਨਹੀਂ ਸੀ ਲੈ ਕੇ ਆਇਆ, ਅਤੇ ਨਾ ਹੀ ਤੂੰ ਕੁਛ ਲੈ ਕੇ ਜਾਵੇਂਗਾ। ਜਿਵੇਂ ਖਾਲੀ ਆਇਆ ਸੀ ਉਸੇ ਤਰ੍ਹਾਂ ਖਾਲੀ ਹੀ ਚਲੇ ਜਾਵੇਂਗਾ। ਇਸੇ ਹੀ ਤਰ੍ਹਾਂ ਕਿਆ ਤੂੰ ਖੱਟਿਆ, ਕਿਆ ਗਵਾਇਆ।
ਕਦੇ ਵਿਚਾਰ ਕੀਤੀ ਹੈ ਆਪਣੇ ਜੀਵਨ ਦੇ ਵਿੱਚ ਕਿ ਇੰਨੀ ਉਮਰ ਮੇਰੀ ਲੰਘ ਗਈ ਹੈ, ਹੁਣ ਤੱਕ ਕਿਹੜੀ ਖੱਟੀ ਕੀਤੀ ਹੈ? ਸੰਸਾਰਕ ਧਨ ਵੱਲ ਦੀ ਗੱਲ ਨਹੀਂ ਹੈ, ਉਹਦੀ ਵੀ ਚਲੋ ਲੋੜ ਹੈ, ਇਹ ਨਹੀਂ ਕਿ ਉਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ, ਲੇਕਿਨ ਤੂੰ ਇਸ ਪਾਸੇ ਹੁਣ ਤੱਕ ਕੀ ਖੱਟਿਆ ਹੈ? ਕਿਤੇ ਕੋਈ ਪਰਵਕਾਰ ਜ਼ਿੰਦਗੀ ਵਿੱਚ ਕੀਤਾ ਹੈ? ਕਿਤੇ ਕੋਈ ਫਲਦਾਰ ਬੂਟਾ ਲਾਇਆ ਹੈ ਜ਼ਿੰਦਗੀ ਵਿੱਚ ਜਿਹਦਾ ਫਲ ਤੂੰ ਵੀ ਖਾਵੇਂ, ਤੇਰਾ ਪਰਿਵਾਰ ਵੀ ਖਾਵੇ ਅਤੇ ਨਾਲ ਹੀ ਲੋਕੀ ਵੀ ਖਾਣ, ਤੈਨੂੰ ਸ਼ਾਬਾਸ਼ ਕਹਿਣ, ਤੈਨੂੰ ਯਾਦ ਕਰਨ ਬਾਅਦ ਵਿੱਚ ਵੀ ਜੋ ਜਾਵੇਂ ਤਾਂ? ਕੀਤਾ ਹੈ ਕੋਈ ਜ਼ਿੰਦਗੀ ਦੇ ਕਿਸੇ ਇੱਕ ਨੂੰ ਹੀ ਗੁਰੂ ਦੇ ਨਾਲ ਜੋੜਿਆ ਹੈ ਤੂੰ? ਨਹੀਂ ਤਾਂ ਤੇਰਾ ਇਹ ਸਾਰਾ ਹੀ ਜਿੰਨਾ ਸਮਾਂ ਲੰਘਿਆ ਹੈ ਐਵੇਂ ਜਾਈਂ ਗਵਾ ਲੈ। ਇਸ ਕਰਕੇ ਇਹਨੂੰ ਕਹਿੰਦੇ ਹਨ ਸਵੈ ਪੜਚੋਲ, ਆਪਣੇ ਆਪ ਦੇ ਵਿੱਚ ਵਿਚਾਰ ਕਰਨੀ। ਕਿਵੇਂ ਕਰਨੀ ਹੈ? ਗੁਰੂ ਦੇ ਸ਼ਬਦ ਰਾਹੀਂ। ਗੁਰੂ ਦਾ ਸ਼ਬਦ ਸਾਨੂੰ ਦੱਸ ਰਿਹਾ ਹੈ ਕਿ ਆਪਣੇ ਮੂਲ ਦੀ ਪਛਾਣ ਕਰ, ਤੂੰ ਕੀ ਹੈ। ਜੇ ਪਹਿਚਾਣ ਕਰ ਲਵੇਂ ਆਪਣੇ ਆਪ ਨੂੰ, ਤਾਂ ਜਿਵੇਂ ਇਹ ਸੰਸਾਰ ਵੱਲ ਵੇਖਦਿਆਂ ਆਪਾਂ ਸੋਚੀਏ ਕਿ ਇਹ ਸਾਰਾ ਕੁਛ ਕਿਵੇਂ ਬਣ ਗਿਆ ਹੈ। ਕਬੀਰ ਜੀ ਨੂੰ ਵੀ ਕਿਸੇ ਨੇ ਸਵਾਲ ਕੀਤਾ ਸੀ ਕਿ ਰੱਬ ਹੈ? ਕਹਿੰਦੇ ਹਾਂ ਹੈ। ਕਿੱਥੇ ਹੈ? ਕਬੀਰ ਜੀ ਕਹਿੰਦੇ ਓਏ ਜੋ ਚੀਤਾ ਹੈ ਅੰਬਰ ਤਾਰੇ, ਓਏ ਕਿਨੋ ਚੀਤੇ ਚੀਤਨ ਹਾਰੇ ਦੱਸ। ਆ ਜਿਹੜੇ ਆਕਾਸ਼ ਵਿੱਚ ਤੂੰ ਦੇਖ ਰਿਹਾ ਹੈ ਤਾਰੇ, ਚੰਦਰਮਾ, ਸੂਰਜ, ਦੱਸ ਇਹ ਕਿੰਨੇ ਬਣਾ ਦਿੱਤੇ ਹਨ? ਹਰ ਚੀਜ਼ ਨੂੰ ਕੋਈ ਬਣਾਉਣ ਵਾਲਾ ਤਾਂ ਹੈ ਨਾ, ਜਿਹੜਾ ਬਣਾਉਣ ਵਾਲਾ ਉਹੀ ਵਾਹਿਗੁਰੂ ਹੈ, ਉਹੀ ਰੱਬ ਹੈ। ਸੋ ਇਸ ਕਰਕੇ ਸ੍ਰਿਸ਼ਟੀ ਦੀ ਹਰ ਚੀਜ਼ ਕਿਸੇ ਨੇ ਬਣਾਈ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਕਰਤਾ ਹੈ, ਆਪੇ ਨਹੀਂ ਕੋਈ ਵੀ ਚੀਜ਼ ਬਣਦੀ। ਇੱਥੇ ਲੋਕ ਕੁਝ ਅਜਿਹਾ ਕਹਿੰਦੇ ਰਹੇ ਅਤੇ ਕਹਿੰਦੇ ਹਨ ਕਿ ਆਪੇ ਹੀ ਬਣੀ ਜਾਂਦਾ, ਸਗੋਂ ਨਹੀਂ, ਅਜਿਹਾ ਨਹੀਂ ਹੈ। ਕੋਈ ਵੀ ਚੀਜ਼ ਉਸ ਦਾ ਕਾਰਨ ਅਤੇ ਕਰਨ ਕਰਤਾ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ, ਅਤੇ ਉਸ ਨੂੰ ਬਣਨ ਦਾ, ਬਣਾਉਣ ਦਾ ਕੋਈ ਨਾ ਕੋਈ ਆਦੇਸ਼ ਹੁੰਦਾ ਹੈ। ਐਵੇਂ ਨਹੀਂ ਹਰ ਚੀਜ਼ ਬਣਦੀ ਹੈ। ਹੇ ਜੀਵ ਰੂਪੀ ਬਵੀਹੇ, ਜੇ ਤੂੰ ਇੰਝ ਆਪਣੇ ਆਪੇ ਦੀ ਪਛਾਣ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਮਿਲੇ, ਉੱਠਾ ਸ਼ਹਿਬਰ ਲਾਏ, ਤਾਂ ਵੇਖੀ ਗੁਰੂ ਕਿਵੇਂ ਉੱਠ ਕੇ ਸ਼ਹਿਬਰ ਲਾਉਂਦਾ ਹੈ। ਤੇਰੇ ਅੰਦਰ ਅੰਮ੍ਰਿਤ ਦੀ ਵਰਖਾ ਹੋਵੇਗੀ, ਅੰਦਰ ਆਤਮਕ ਆਨੰਦ ਵਾਲੀ ਵਰਖਾ ਹੋਵੇਗੀ। ਭਾਵ ਹਰ ਵੇਲੇ ਹੀ ਤੇਰੇ ਅੰਦਰ ਅੰਮ੍ਰਿਤ ਵਰਸਦਾ ਰਹੇਗਾ, ਨਾਮ ਬਾਣੀ ਦਾ ਪ੍ਰਵਾਹ ਤੇਰੇ ਅੰਦਰ ਹਰ ਵੇਲੇ ਹੀ ਚੱਲਦਾ ਰਹੇਗਾ। ਸ਼ਹਿਬਰ ਲਾ ਕੇ ਮੀਂਹ ਦਾ ਪੈਣਾ, ਇਹਨੂੰ ਕਹਿੰਦੇ ਝੜੀ ਦਾ ਮੀਂਹ ਪੈਣਾ। ਜਿਵੇਂ ਝੜੀ ਥੋੜ੍ਹਾ ਥੋੜ੍ਹਾ ਮੀਂਹ ਪੈਂਦਾ ਹੈ, ਬੂੰਦਾਂ ਡਿੱਗਦੀਆਂ, ਸਾਰੀਆਂ ਧਰਤੀ ਵਿੱਚ ਰਿਸੀ ਜਾਂਦੀਆਂ। ਜ਼ੋਰ ਦੀ ਮੀਂਹ ਪਵੇ, ਸਾਰਾ ਪਾਣੀ ਰੁੜ ਕੇ ਨੀਵੀਆਂ ਥਾਵਾਂ 'ਤੇ ਚੱਲ ਜਾਂਦਾ ਹੈ। ਇਹ ਸ਼ਹਿਬਰ ਲਾ ਕੇ ਜਿਹੜਾ ਵਰਸਣਾ, ਇਹ ਗੁਰੂ ਸ਼ਹਿਬਰ ਲਾ ਕੇ ਵਰਸਦਾ ਹੈ। ਸਤਸੰਗ ਦੇ ਵਿੱਚ ਦੇਖੋ, ਆਪਾਂ ਆਉਂਦੇ ਹਾਂ, ਸਤਸੰਗ ਦੇ ਵਿੱਚ ਆਉਣ ਦਾ ਇਹੀ ਫਾਇਦਾ ਹੈ ਕਿ ਸਤਸੰਗ ਦੇ ਵਿੱਚ ਗੁਰੂ ਅੰਮ੍ਰਿਤ ਨਾਮ ਦੀ ਬਾਣੀ ਦੀ ਸ਼ਹਿਬਰ ਲਾਉਂਦਾ ਹੈ ਸਹਿਜ ਸਹਿਜ ਨਾਲ। ਇੱਥੇ ਕੋਈ ਅਨਪੜ੍ਹ ਵੀ ਹੋਵੇ ਨਾ, ਜਿਹਨੇ ਕਦੀ ਬਾਣੀ ਪੜ੍ਹੀ ਨਹੀਂ ਹੈ, ਉਸ ਦੇ ਅੰਦਰ ਵੀ ਕੋਈ ਨਾ ਕੋਈ ਬੂੰਦ ਪੈ ਜਾਂਦੀ ਹੈ। ਉਹ ਇੱਕ ਬੂੰਦ ਵੀ ਜੇ ਕਿਤੇ ਪੈ ਜਾਵੇ ਤਾਂ ਉਹੀ ਉਸ ਦੇ ਅੰਦਰ ਠੰਡ ਪਾ ਦਿੰਦੀ ਹੈ। ਝਿਮ ਝਿਮ ਅੰਮ੍ਰਿਤ ਵਰਸਦਾ, ਤ੍ਰਿਸ਼ਨਾ ਭੁੱਖ ਸਭ ਜਾਏ। ਇੰਝ ਝਿਮ ਝਿਮ ਸਹਿਜ ਸਹਿਜ ਦੇ ਨਾਲ ਨਾਮ ਬਾਣੀ ਦੀ ਵਰਖਾ ਤੇਰੇ ਅੰਦਰ ਹੁੰਦੀ ਰਹੇਗੀ, ਔਰ ਤੇਰੀਆਂ ਸਾਰੀਆਂ ਹੀ ਭੁੱਖਾਂ ਦੂਰ ਹੋ ਜਾਣੀਆਂ। ਕੂਕ ਪੁਕਾਰ ਨਾ ਹੋਵੇ, ਜੋਤੀ ਜੋਤ ਮਿਲਾਏ। ਇਹ ਜਿਹੜੀਆਂ ਕੂਕਾਂ ਪੁਕਾਰਾਂ ਕਰਦਾ ਹੈ, ਤਰਲੇ ਲੈਂਦਾ, ਹਾਏ ਮੈਂ ਬੜਾ ਦੁਖੀ ਹਾਂ, ਹਾਏ ਮੈਂ ਬੜਾ ਦੁਖੀ ਹਾਂ, ਰੌਲਾ ਪਾਉਂਦਾ ਫਿਰਦਾ ਹੈ, ਇਹ ਸਾਰਾ ਕੁਛ ਹੀ ਤੇਰਾ ਖਤਮ ਹੋ ਜਾਏਗਾ। ਭਾਵ ਤੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਭੇਦ ਹੋ ਜਾਵੇਂਗਾ। ਨਾਨਕ ਸੁਖ ਸਬਨ ਸੁਹਾਗਣੀ, ਸੱਚੇ ਨਾਮ ਸਮਾਏ। ਉਹ ਗੁਰਸਿੱਖ ਗੁਰਮੁਖ ਜਿਹੜੇ ਹਨ, ਸੁਹਾਗਣਾ ਵਰਗਾ ਜੀਵਨ ਜਿਉਂਦੇ ਹਨ, ਆਪਣੇ ਆਨੰਦ ਵਿੱਚ ਰਹਿੰਦੇ ਹਨ, ਅਤੇ ਇੰਝ ਸੱਚੇ ਨਾਮ ਦੇ ਵਿੱਚ ਸਦਾ ਹੀ ਸਮਾਏ ਰਹਿੰਦੇ ਹਨ। ਸੋ ਇੱਕ ਅਜੇ ਸਲੋਕ, 2 ਸਲੋਕ ਹੋਰ ਹਨ ਇਸੇ ਹੀ ਪ੍ਰਸੰਗ ਦੇ ਬਬੀਹੇ ਨਾਲ ਹੀ ਸੰਬੰਧਿਤ। ਸਤਿਗੁਰੂ ਜੀ ਕਿਰਪਾ ਕਰਨ, ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਉਹਨਾਂ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।